अस्सलाम वालेकुम जी। वालेकुम सलाम। सर असी रसीद दी पावर पुछना चाहने कि रसीद का की सिस्टम है, पावर दी की रसीद दी और रसीद ਦੀ ਬੜੀ ਜ਼ਿਆਦਾ ਪਾਵਰ ਹੈ ਜ਼ਿੰਮੇਦਾਰੋ। ਜੇ ਤੁਹਾਨੂੰ ਕਿਤੇ ਪਤਾ ਲੱਗ ਗਿਆ ਨਾ ਰਸੀਦ ਦੀ ਨੀਅਤ ਕੀ ਹੈ, ਅੱਜ ਮੈਂ ਪਰ ਤੁਹਾਨੂੰ ਦੱਸ ਕੇ ਛੱਡਾਂਗਾ ਵੀ ਰਸੀਦ ਦੀ ਨੀਅਤ ਕੀ ਹੈ। ਰਸੀਦ ਡੀਲਰ ਦੇ ਤੇ ਕੰਪਨੀ ਦੇ ਗੱਲ ਦਾ ਇੱਕ ਤੋਗ ਹੈ, ਗੱਲ ਦੀ ਰੱਸੀ ਏ। ਜੇ ਇਹ ਆਪਣੇ ਕੋਲ ਹੋਵੇ ਨਾ, ਆਪਣੇ ਕੋਲ ਹੋਵੇ ਤੇ ਕਿਸੇ ਜਗ੍ਹਾ ਤੇ ਡੀਲਰ ਜਾਂ ਕੋਈ ਕੰਪਨੀ ਝੂਠੀ ਹੋਵੇਗੀ ਨਾ ਤੇ ਇੰਜ ਉਹਦੀਆਂ ਤਨਾਵਾਂ ਖਿੱਚਾਂਗੇ, ਤਨਾਵਾਂ ਇੰਜ ਤੇ ਨਾਲੇ ਮਿੰਤਾਂ ਕਰੇਗਾ ਤੇ ਨਾਲੇ ਜਿਹੜਾ ਨਾ ਪੈਰਾਂ 'ਚ ਪਵੇਗਾ ਤੇ ਨਾਲੇ ਤੁਹਾਡਾ ਜਿਹੜਾ ਜੋ ਅਖਰਾਜਾਤ ਨੇ ਤੁਹਾਡੇ ਵਾਪਸ ਕਰੇਗਾ। ਹੁਣ ਇਸ ਰਸੀਦ ਦੀ ਮੀਅਤ ਕੀ ਹੈ? ਹੁਣ ਮੇਰੀ ਗੱਲ ਸੁਣੋ, ਇੱਕ ਬੀਜ ਹੈ, ਬੀਜ ਉਹ ਅਗਰ ਤੁਹਾਨੂੰ ਕਿਸੇ ਬੰਦੇ ਨੇ, ਕਿਸੇ ਡੀਲਰ ਨੇ, ਕਿਸੇ ਕੰਪਨੀ ਨੇ ਗਲਤ ਦੇ ਦਿੱਤਾ, ਤੁਸੀਂ ਉਹ ਕਾਸ਼ ਕਰ ਲਿਆ, ਉਹਦੇ ਤੇ ਅਖਰਾਜਾਤ ਵੀ ਕਰ ਲਿਆ, ਉਹਦੀ ਸਹੀ ਪੈਦਾਵਾਰ ਨਹੀਂ ਆਈ, ਉਹ 2 ਨੰਬਰ ਨਿਕਲਿਆ ਤੇ ਉਹਦੇ ਉਸ ਸੂਰਤ 'ਚ ਅਸੀਂ ਕੀ ਕਰ ਸਕਨੇ ਆ? ਉਹ ਕਿਵੇਂ ਗੱਲ ਦਾ ਤੋਗੇ? ਉਹ ਐਵੇਂ ਆ ਵੀ ਉਹ ਜਿਹੜੀ ਕਾਨੂੰਨ ਜਿਹੜਾ ਨਾ, ਕਾਨੂੰਨ ਉਹ ਬੜਾ ਹੀ ਸੌਖਾ ਹੈ। ਕੰਜ਼ਿਊਮਰ ਕੋਡ ਦਾ ਕਾਨੂੰਨ, ਕਸਟਮਰ ਦਾ ਕਾਨੂੰਨ, ਗਾਹਕ ਦਾ ਕਾਨੂੰਨ। ਅਸੀਂ ਇਸ ਮੌਕੇ ਤੇ ਜਦੋਂ ਅਸੀਂ ਕਿਸੇ ਕੋਲੋਂ ਕੋਈ ਚੀਜ਼ ਖਰੀਦਨੇ, ਅਸੀਂ ਉਸ ਕੰਪਨੀ ਦੇ ਗਾਹਕ ਹਾਂ ਔਰ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਿਹੜਾ ਗਾਹਕ ਦਾ ਕਾਨੂੰਨ ਹੈ ਉਹ ਸਭ ਤੋਂ ਸਖਤ ਹੈ। ਯਾਨੀ ਕਿ ਕਿਤੇ ਕਿਸੇ ਜਗ੍ਹਾ ਤੇ ਕੋਈ ਕੰਪਨੀ, ਕੋਈ ਬੰਦਾ ਕਿਸੇ ਕਸਟਮਰ ਨਾਲ, ਕਿਸੇ ਗਾਹਕ ਨਾਲ ਕੋਈ ਜ਼ਿਆਦਤੀ ਕਰਦਾ ਨਾ ਤੇ ਉਹਦਾ ਬਹੁਤ ਜ਼ਿਆਦਾ ਹਰਜਾਨਾ ਹੈ। ਹੁਣ ਮੈਂ ਤੁਹਾਨੂੰ ਦੱਸਣਾ ਹਰਜਾਨਾ ਕਿ ਮਿਸਾਲ ਤੁਹਾਨੂੰ ਇੱਕ ਦੇਣ ਲੱਗਾ। ਇੱਕ ਜ਼ਿੰਮੇਦਾਰ ਹੈ, ਉਹਨੇ ਇੱਕ ਬੀਜ ਲੈ ਲਿਆ, ਮਿਸਾਲ ਦੇ ਤੌਰ ਤੇ ਉਹਨੇ 1509 ਬੀਜ ਲੈ ਲਿਆ ਜਾਂ ਕੋਈ ਹਾਈਬ੍ਰਿਡ ਬੀਜ ਲੈ ਲਿਆ ਕਿਸੇ ਡੀਲਰ ਕੋਲੋਂ ਔਰ ਉਹਨੇ ਲਾਲਚ ਆ ਕੇ 2 ਨੰਬਰ ਬੀਜ ਤੁਹਾਨੂੰ ਦੇ ਦਿੱਤਾ ਹੈ। ਹੁਣ ਤੁਸੀਂ ਉਹਨੂੰ ਕਾਸ਼ ਕਰ ਲਿਆ, ਉਹ ਸਹੀ ਪੈਦਾਵਾਰ ਨਹੀਂ ਆਈ, ਉਹਦਾ ਤੁਹਾਨੂੰ ਨੁਕਸਾਨ ਹੋਇਆ। ਹੁਣ ਉਹਦੇ ਵਿੱਚ ਅਸੀਂ ਕੀ ਕਰ ਸਕਨੇ ਆ ਤੇ ਉਹ ਡੀਲਰ ਜਾਂ ਕੰਪਨੀ ਜਿਹੜੀ ਨਾ, ਉਹਦੇ ਤੋਂ ਅਸੀਂ ਕੀ ਲੈ ਸਕਨੇ ਆ? ਸਭ ਤੋਂ ਪਹਿਲੀ ਗੱਲ ਇਹ ਆ ਕਿ ਉਹ ਜਿਹੜਾ ਸੀਡ ਦੀ, ਮੈਂ ਤੁਹਾਨੂੰ ਦੱਸਣ ਲੱਗਾ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਕਾਨੂੰਨੀ ਤੌਰ ਤੇ ਲੈ ਸਕਨੇ ਆ ਔਰ ਕੋਈ ਔਖਾ ਨਹੀਂ ਹੈ। ਆ ਬੰਦੇ ਦੇ ਪੁੱਤਰ ਬਣੋ, ਹੱਥ ਵੀ ਆਪਣੇ ਕੰਮ ਕਰਦੇ ਨੇ, ਲੱਤਾਂ ਵੀ ਕੰਮ ਕਰਦੀਆਂ ਨੇ, ਕੋਰਟ ਜਾਣਾ ਹੋਵੇ ਤੇ ਜ਼ਬਾਨ ਵੀ ਕੰਮ ਕਰਦੀ ਏ। ਜ਼ਬਾਨ ਉਵੇਂ ਤਾਂ ਬੜੀ ਇੱਕ ਦੂਜੇ ਨਾਲ ਲੜਾਉਂਦੇ ਏ, ਘੁਲੀ ਜਾਂਦੇ ਏ ਆਪਸ 'ਚ। ਇੱਥੇ ਆਪਦੇ ਹੱਕ ਲਈ ਜਿਹੜਾ ਨਾ ਕਿਸੇ ਜਗ੍ਹਾ ਤੇ ਹੋਰ ਵੀ ਕੋਈ ਵੇਖ ਲਵੋ ਗੱਲ, ਆ ਜ਼ਬਾਨ ਵੀ ਆਪਣੀ ਕੰਮ ਕਰਦੀ। ਅਸੀਂ ਜਾ ਕੇ ਦੱਸ ਵੀ ਸਕਨੇ ਕਿਸੇ ਨੂੰ ਸਾਡਾ ਇਹ ਮਸਲਾ ਯਾਰ ਇਹਦਾ ਹੱਲ ਕਰਨਾ ਹੈ, ਠੀਕ ਹੈ ਨਾ। ਤੇ ਉਵੇਂ ਭਾਵੇਂ ਸਾਡੇ ਲੱਖਾਂ ਗਵਾਚ ਜਾਣ, ਇਹ 2-4 ਹਜ਼ਾਰ ਰੁਪਈਏ ਦੀ ਸਾਨੂੰ ਬੜੀ ਤਕਲੀਫ ਹੈ ਵੀ ਅਸੀਂ ਇਹ ਨਾ ਕਿਤੇ 2-4 ਹਜ਼ਾਰ ਲੱਗ ਜਾਵੇ। ਗੱਲ ਇਹ ਆ ਕਿ ਜਦੋਂ ਕਿਸੇ ਡੀਲਰ ਨੇ, ਕਿਸੇ ਕੰਪਨੀ ਨੇ ਤੁਹਾਨੂੰ ਸੀਡ ਦੇ ਦਿੱਤਾ ਨਾ, ਉਹਦੇ ਵਿੱਚ ਜੇ ਉਹਨੂੰ ਅਸੀਂ ਕਾਨੂੰਨ ਦੇ ਵਿੱਚ ਝੂਠਾ ਸਾਬਤ ਕਰ ਲੈਨੇ ਆ ਤਾਂ ਉਹ 1 ਮਿੰਟਾਂ ਦਾ ਕੰਮ ਹੈ। ਕੰਜ਼ਿਊਮਰ ਕੋਰਟ ਦੇ ਵਿੱਚ 5 ਮਿੰਟਾਂ ਦਾ ਕੰਮ ਹੈ, ਸਿਰਫ 8 ਤੋਂ 10 ਦਿਨਾਂ ਦਾ ਕੰਮ ਹੈ, ਠੀਕ ਹੈ ਨਾ। ਉਹਦੇ ਵਿੱਚ ਕੀ ਤੁਹਾਨੂੰ ਫਾਇਦਾ ਮਿਲਦਾ ਹੈ? ਪਹਿਲੇ ਦਿਨ, ਜਿਸ ਦਿਨ ਤੁਸੀਂ ਡੀਲਰ ਕੋਲੋਂ ਬੀਜ ਲੈਣ ਗਏ, ਇਹ ਜਿਹੜਾ ਤੁਹਾਡਾ ਪੈਟਰੋਲ ਖਰਚ ਹੋਇਆ, ਜਿਹੜੀ ਤੁਹਾਡੀ ਉਹ ਦਿਹਾੜੀ ਪੂਰੀ ਜ਼ਾਇਆ ਹੋਈ ਏ, ਉਹ ਦਿਹਾੜੀ ਦੇ ਪੈਸੇ, ਉਸ ਪੈਟਰੋਲ ਦੇ ਪੈਸੇ, ਜਿਹੜਾ ਵਾਪਸੀ ਤੇ ਤੁਹਾਡਾ ਪੈਟਰੋਲ ਖਰਚਾ ਆਇਆ ਉਸ ਖਰਚੇ ਦੇ ਪੈਸੇ, ਫਿਰ ਉਸ ਤੋਂ ਬਾਅਦ ਜਿਹੜੀ ਤੁਸੀਂ ਖਾਦ ਪਾਈਏ ਉਹਦੇ ਪੈਸੇ, ਫਿਰ ਜਿਹੜਾ ਤੁਸੀਂ ਪੈਲੀ ਵਾਹੀਏ ਉਹਦੇ ਪੈਸੇ, ਫਿਰ ਜਿਹੜੀ ਲੇਬਰ ਤੁਸੀਂ ਲਾਈਏ ਉਹਦੇ ਪੈਸੇ, ਫਿਰ ਦਵਾਈਆਂ ਸਪਰੇਅ ਕੀਤੀਆਂ ਉਹਦੇ ਪੈਸੇ, ਫਿਰ ਜਨਾਬ ਜਿਹੜੀ ਸਭ ਤੋਂ ਵੱਡੀ ਸ਼ੈ ਆ ਕਿ ਜਿੰਨੀ ਤੁਹਾਡੀ ਪੈਦਾਵਾਰ ਆਈ ਏ ਉਹ ਪੈਸੇ ਉਹਦੇ ਮੁਤਾਬਕ ਪੈਣਗੇ ਉਸ ਡੀਲਰ ਨੂੰ, ਉਸ ਕੰਪਨੀ ਨੂੰ। ਤੇ ਉਸ ਤੋਂ ਵੀ ਇੱਕ ਵੱਡੀ ਗੱਲ, ਦੁਨੀਆ ਜਹਾਨ ਦੇ ਵਿੱਚ ਕਸਟਮਰ ਦਾ ਜਿਹੜਾ ਕਾਨੂੰਨ ਹੈ, ਕੰਜ਼ਿਊਮਰ ਕੋਰਟ ਹੈ ਜਿਹੜਾ, ਉਹਦੇ ਵਿੱਚ ਸਭ ਤੋਂ ਜ਼ਿਆਦਾ ਕੀਮਤ ਜ਼ਹਿਨੀ ਆਫੀਅਤ ਦੀ ਹੈ, ਜ਼ਹਿਨੀ ਤਕਲੀਫ ਦੀ ਹੈ ਜਿਹੜੀ ਤੁਹਾਨੂੰ ਹੁੰਦੀ ਹੈ। ਜਿਸ ਟਾਈਮ ਤੁਸੀਂ ਕੋਈ ਗਲਤ ਚੀਜ਼ ਲੈ ਕੇ ਬੀਜ ਲੈਂਦੇ ਹੋ ਤੇ ਤੁਸੀਂ ਪੂਰਾ ਸੀਜ਼ਨ ਜ਼ਹਿਨੀ ਕੋਫਤ 'ਚ ਰਹਿੰਦੇ ਜੀ, ਜ਼ਹਿਨੀ ਤਕਲੀਫ 'ਚ ਰਹਿੰਦੇ ਜੀ। ਮੈਂ ਕਹਿਣਾ ਕਿ ਕੰਜ਼ਿਊਮਰ ਕੋਰਟ ਦੇ ਵਿੱਚ ਉਹ ਜਿਹੜੀ ਜ਼ਹਿਨੀ ਤਕਲੀਫ ਹੈ ਨਾ, ਉਹ ਇੱਕ ਮਨੇ ਤੇ ਜਿਹੜੇ ਸਾਰੇ ਤੁਹਾਡੇ ਅਖਰਾਜਾਤ ਹੋਏ ਨੇ, ਭਾਵੇਂ ਉਹ 1.5 ਲੱਖ ਤੋਂ 2 ਲੱਖ ਬਣ ਜਾਵੇ, ਉਹ 1.5 ਤੋਂ 2 ਲੱਖ ਤੋਂ ਕਾਨੂੰਨ ਜਿਹੜਾ ਹੈ ਨਾ, ਉਹ ਕੋਰਟ ਜਿਹੜੀ ਹੈ ਉਹ ਤੁਹਾਡੀ ਉਸ ਜ਼ਹਿਨੀ ਕੋਫਤ ਨੂੰ ਜ਼ਿਆਦਾ ਅਹਿਮੀਅਤ ਦਿੰਦੀ ਹੈ। ਤੁਹਾਡਾ ਅਗਰ 1.5 ਲੱਖ ਰੁਪਇਆ ਅਖਰਾਜਾਤ ਦੇ ਵਿੱਚ ਪਾਇਆ ਗਿਆ ਹੈ ਨਾ, ਤੇ ਤੁਹਾਡਾ 1.5 ਤੋਂ 2 ਲੱਖ ਰੁਪਇਆ ਜ਼ਹਿਨੀ ਕੋਫਤ ਦਾ ਵਿੱਚ ਪਏਗਾ। ਇਹ ਮੇਰਾ ਤੁਹਾਡੇ ਨਾਲ, ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ, ਇਹ ਕਾਨੂੰਨੀ ਤੌਰ ਤੇ ਸਹੀ ਤੇ 100% ਦਰੁਸਤ ਗੱਲ ਦੱਸ ਰਿਹਾ। ਜ਼ਹਿਨੀ ਕੋਫਤ ਯਾਨੀ ਕਿ ਉਹ 4 ਲੱਖ ਰੁਪਏ ਦਾ ਤਕਰੀਬਨ ਤੁਹਾਡਾ ਹਰਜਾਨਾ ਬਣ ਜਾਏਗਾ, ਜਿਹੜੀ ਤੁਸੀਂ 1, 12, 14, 15 ਹਜ਼ਾਰ ਰੁਪਏ ਦਾ 1 ਕਿੱਲੇ ਦਾ ਬੀਜ ਲਿਆ ਹੈ। ਹੁਣ ਅੱਗੋਂ ਸੋਚੋ ਵੀ ਉਹ 4 ਲੱਖ ਰੁਪਏ ਦਾ ਜੋ ਇਹਨਾਂ ਦੇ ਗਲ 'ਚ ਤੋਗ ਪਾਇਆ ਹੋਵੇ ਤੇ ਇਹਨਾਂ ਦੀ ਐਸੀ ਦੀ ਟੈਸੀ ਗਾਲ ਮੇਰੇ ਮੂੰਹੋਂ ਨਿਕਲੂ ਸੀ, ਪਰ ਨਾ ਬੜੇ ਬੇਲੀ ਦੋਸਤ ਨੇ ਆਂਦੇ ਨੇ ਯਾਰ ਨਾ ਐਵੇਂ ਆਖਿਆ ਕਰ, ਪਰ ਕਰੀਏ ਕੀ ਯਾਰ, ਦਿਲ ਨੂੰ ਤਕਲੀਫ ਬੜੀ ਹੁੰਦੀ ਹੈ ਵੀ ਜੇ ਡੀਲਰ ਵਾਲੂ ਨੇ ਆ ਤੇ ਉਹ ਕਿਸੇ ਗੱਲ ਤੇ ਨਹੀਂ ਆਉਂਦਾ ਪਿਆ, ਜੇ ਜ਼ਿਮੀਂਦਾਰ ਵਾਲੂ ਨੇ ਆ ਤੇ ਉਹ ਕਿਸੇ ਕੋਈ ਅਮਲ ਨਹੀਂ ਕਰਦਾ।
ਇਹ ਤਮਾਸ਼ਬੀਨੀਆਂ ਵੇਖਣ ਨੂੰ ਤੁਸੀਂ ਸ਼ੇਰ ਜੇ ਤਮਾਸ਼ਬੀਨੀਆਂ ਵੇਖੀ ਜਾਂਦੇ ਇਹ ਟਿਕਟੌਕ ਤੇ, ਤੁਹਾਡਾ ਕੋਈ ਧਿਆਨ ਨਹੀਂ ਆਪਦੇ ਕੰਮ ਵੱਲ, ਨਾ ਤੁਹਾਡਾ ਧਿਆਨ ਆਪਦੇ ਬੱਚਿਆਂ ਦੀ ਤਾਲੀਮ ਵੱਲ, ਨਾ ਤੁਹਾਨੂੰ ਤੁਸੀਂ ਇਹ ਚੀਜ਼ਾਂ ਆਪਣੇ ਅਖਰਾਜਾਤ ਬਚਾਓਗੇ ਤੇ ਬਾਕੀ ਕੰਮ ਕਰੋਗੇ ਨਾ। ਤੁਸੀਂ ਫਿਲਹਾਲ ਜਿਹੜਾ ਨਾ ਤਬਾਹੀ ਦੀ ਤਰਫ ਜਾ ਰਹੇ, ਤਬਾਹੀ ਦੀ ਤਰਫ। ਅਗਰ ਤੁਸੀਂ ਇਸ ਅੰਨੇ ਕਾਨੂੰਨ ਨੂੰ, ਇਹਨਾਂ ਦੇ ਇਸ ਅੰਨੇ ਬਦਮਾਸ਼ੀ ਨੂੰ, ਇਹਨਾਂ ਚੀਜ਼ਾਂ ਨੂੰ ਨਾ ਰੋਕਿਆ ਤੇ ਇਹ ਐਸੇ ਤੁਹਾਡੇ ਸਿਰ ਦੇ ਉੱਤੇ ਸਵਾਰ ਹੋ ਜਾਣਗੇ ਕਿ ਤੁਹਾਨੂੰ ਜਿਹੜੀ ਤੁਸੀਂ ਭੋਰਾ ਰੋਟੀ ਬੁਰਕੀ ਖਾਂਦੇ ਪਏ ਨਾ, ਤੁਹਾਨੂੰ ਇਹ ਵੀ ਨਹੀਂ ਲੱਭਣੀ। ਤੇ ਬੰਦੇ ਬਣ ਜਾਓ, ਬੰਦੇ ਤਗੜੇ ਹੋ ਜਾਓ। ਕਿਸੇ ਜਗ੍ਹਾ ਤੇ ਕਿਸੇ ਦਾ ਕੋਈ ਐਸਾ ਮਸਲਾ ਹੈਗਾ ਨਾ, ਆ 2-3 ਮਸਲੇ ਮੈਂ ਹੁਣ ਪਿਛਲੇ ਦਿਨਾਂ 'ਚ ਸਰਸੋਂ ਦੇ ਹੱਲ ਕਰਾਏ ਨੇ, ਮੈਂ ਉਹ ਜਲਦੀ ਇਨਸ਼ਾਅੱਲਾ ਤਾਲਾ ਉਹਨਾਂ ਜ਼ਿੰਮੇਦਾਰਾਂ ਨੂੰ ਸਾਹਮਣੇ ਨਾਲ ਖਿਲਾਰ ਕੇ ਇੱਕ ਪ੍ਰੋਗਰਾਮ ਵੀ ਰਿਕਾਰਡ ਕਰਾਂਗਾ। ਫਿਰ ਤੁਹਾਨੂੰ ਯਕੀਨ ਆਵੇਗਾ ਵੀ ਵਾਕਈ ਇੰਜ ਹੁੰਦਾ ਹੈ, ਇੰਜ ਹੁੰਦਾ ਹੈ ਯਾਰ, ਇੰਜ ਹੁੰਦਾ ਹੈ। ਮੈਨੂੰ ਦੱਸੋ ਜਿੰਦੀ ਕਿਸੇ ਦੀ ਕਿਸੇ ਜਗ੍ਹਾ ਤੇ ਗਲਤ ਬੀਜ ਕਿਸੇ ਨੂੰ ਮਿਲਿਆ, ਉਹਦੇ ਕੋਲ ਰਸੀਦ ਨਹੀਂ, ਰਸੀਦ ਹੈ ਤੇ ਮੈਂ ਉਹਨੂੰ ਰੁਝਾਨਾ ਲੈ ਕੇ ਦੇਣਾ ਯਾਰ, ਮੈਂ ਤੁਹਾਡੇ ਨਾਲ ਵਾਅਦਾ ਕਰਨਾ ਮੈਂ ਉਹਨੂੰ ਰੁਝਾਨਾ ਲੈ ਕੇ ਦੇਣਾ। ਕਿਵੇਂ ਨਹੀਂ ਕੋਈ ਦਿੰਦਾ ਯਾਰ, ਜੁਰਤ ਕੀ ਹੈ ਕਿਸੇ ਦੀ ਯਾਰ। ਉਹ ਇਹਨਾਂ ਨੂੰ ਇੰਨਾ ਡਰ ਹੁੰਦਾ, ਅੱਲਾ ਦੇ ਬੰਦਿਓ ਖਰਬਾਂ ਰੁਪਈਏ ਕੰਪਨੀ ਲਾ ਕੇ ਬੈਠੀ ਹੈ, ਉਹ ਫੌਰਨ ਗੱਲ ਸੁਣਦੀ ਹੈ। ਕੰਪਨੀਆਂ ਜਿਹੜੀਆਂ ਅੱਛੀਆਂ ਕੰਪਨੀਆਂ ਹਮੇਸ਼ਾ ਚਾਹੁੰਦੀਆਂ ਕਿ ਸਾਡਾ ਜਿਹੜਾ ਨਾ ਕਿਸੇ ਜਗ੍ਹਾ ਤੇ ਕਸਟਮਰ ਨੂੰ ਮਸਲਾ ਆਵੇ ਤੇ ਸਾਡੇ ਕੋਲ ਆਵੇ, ਸਾਨੂੰ ਦੱਸੇ, ਅਸੀਂ ਉਹਨੂੰ ਹੱਲ ਕਰੀਏ। ਉਹ ਗੰਦੀਆਂ ਕੰਪਨੀਆਂ ਨੂੰ ਛੱਡ ਕੇ, ਠੀਕ ਹੈ ਨਾ। ਤੇ ਇਸ ਚੀਜ਼ ਦਾ ਖਿਆਲ ਕਰੋ, ਤੁਹਾਨੂੰ ਇਹਦਾ ਬੜਾ ਨਤੀਜਾ, ਬੜਾ ਰਿਜ਼ਲਟ ਮਿਲੇਗਾ ਔਰ ਇਹਦੇ ਤੇ ਅਮਲ ਕਰੋ। ਅਮਲ ਕਰੋਗੇ ਤਾਂ ਬਚੋਗੇ। ਇਹਦੇ ਨਾਲ ਇਜਾਜ਼ਤ ਦਿਓ। ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਪੈਂਦਾਬਾਦ। ਬਹੁਤ ਜ਼ਿੰਦਾਬਾਦ।